ਅੱਜ ਦੀ ਜਿਹੜੀ ਵੀਡੀਓ ਆ ਉਹ ਸਪਾਊਸ ਓਪਨ ਵਰਕ ਪਰਮਿਟ ਵਾਲੇ ਐਪਲੀਕੈਂਟ ਦੇ ਲਈ ਆ। ਜ਼ਿਆਦਾਤਰ ਐਪਲੀਕੈਂਟ ਆਪਣੇ ਡਾਕੂਮੈਂਟ ਪ੍ਰਪੇਅਰ ਕਰ ਰਹੇ ਨੇ ਕਿਉਂਕਿ ਫਾਲ ਇਨਟੇਕ ਇੱਕ ਵੱਡਾ ਇਨਟੇਕ ਮੰਨਿਆ ਜਾਂਦਾ। ਸਤੰਬਰ ਇਨਟੇਕ ਦੇ ਵਿੱਚ ਜਿਨ੍ਹਾਂ ਦੇ ਸਪਾਊਸ ਕੈਨੇਡਾ ਸਟੱਡੀ ਵੀਜ਼ੇ ਦੇ ਲਈ ਗਏ ਨੇ ਤੇ ਉਹਨਾਂ ਦੇ ਸਾਰਿਆਂ ਦੇ ਜਿਹੜੇ ਸਪਾਊਸ ਇੰਡੀਆ ਦੇ ਵਿੱਚ ਨੇ ਉਹ ਆਪਣੀ ਓਪਨ ਵਰਕ ਪਰਮਿਟ ਦੀ ਐਪਲੀਕੇਸ਼ਨ ਲਈ ਡਾਕੂਮੈਂਟ ਪ੍ਰਪੇਅਰ ਕਰ ਰਹੇ ਨੇ। ਕਿਉਂਕਿ ਐਪਲੀਕੇਸ਼ਨ ਜਿਹੜੀ ਇਹਦੇ ਵਿੱਚ ਡਾਕੂਮੈਂਟੇਸ਼ਨ ਥੋੜੇ ਜ਼ਿਆਦਾ ਹੁੰਦੇ ਨੇ ਤੇ 15-20 ਦਿਨ ਮਹੀਨਾ ਆਰਾਮ ਨਾਲ ਜਿਹੜੇ ਡਾਕੂਮੈਂਟ ਰੈਡੀ ਕਰਨ ਦੇ ਵਿੱਚ ਲੱਗ ਜਾਂਦਾ। ਸੋ ਸਾਡੀ ਕੋਸ਼ਿਸ਼ ਇਹੀ ਰਹਿੰਦੀ ਹੈ ਵੀ ਜਿਹੜੇ ਤੁਹਾਡੇ ਡਾਊਟਸ ਨੇ ਸਪਾਊਸ ਓਪਨ ਵਰਕ ਪਰਮਿਟ ਦੀ ਐਪਲੀਕੇਸ਼ਨ ਦੇ ਲਈ ਉਹ ਤੁਹਾਡੇ ਕਲੀਅਰ ਕਰ ਸਕੀਏ। ਇਸੇ ਲਈ ਜਿਹੜਾ ਹੈਗਾ ਅਸੀਂ ਵੀਡੀਓਜ਼ ਵੀ ਇਸੇ ਲਈ ਪ੍ਰਪੇਅਰ ਕਰਦੇ ਹਾਂ ਜਾਂ ਕੋਈ ਵੀ ਕਾਉਂਸਲਿੰਗ ਹੁੰਦੀ ਹੈ ਜਦੋਂ ਸਾਨੂੰ ਇੱਕ ਤੋਂ ਜ਼ਿਆਦਾ ਕੁਐਸਚਨ ਜਦੋਂ ਇੱਕ ਤੋਂ ਜ਼ਿਆਦਾ ਐਪਲੀਕੈਂਟ ਕੋਈ ਕੁਐਸਚਨ ਪੁੱਛਦੇ ਨੇ ਤਾਂ ਸਾਨੂੰ ਲੱਗਦਾ ਵੀ ਉਸ ਰਿਲੇਟਡ ਦੇ ਵੀ ਜਿਹੜੀ ਗੱਲ ਕਰਨੀ ਬਣਦੀ ਹੈ। ਸੋ ਅੱਜ ਜਿਹੜਾ ਆਪਾਂ ਗੱਲ ਕਰਾਂਗੇ ਉਹ ਕਰਾਂਗੇ ਫੰਡਸ ਦੇ ਰਿਲੇਟਡ। ਇੱਕ ਕਾਮਨ ਕੁਐਸਚਨ ਜਿਹੜਾ ਹਰ ਇੱਕ ਐਪਲੀਕੈਂਟ ਵੱਲੋਂ ਪੁੱਛਿਆ ਜਾਂਦਾ ਉਹ ਕਿ ਫੰਡ ਕਿੰਨੇ ਚਾਹੀਦੇ ਨੇ, ਕਿੰਨੇ ਕੁ ਫੰਡ ਨਾਲ ਜਿਹੜਾ ਸਾਡੀ ਸਪਾਊਸ ਐਪਲੀਕੇਸ਼ਨ ਸਪਾਊਸ ਓਪਨ ਵਰਕ ਪਰਮਿਟ ਦੀ ਐਪਲੀਕੇਸ਼ਨ ਅਸੀਂ ਸਬਮਿਟ ਕਰ ਸਕਦੇ ਹਾਂ। ਸੋ ਦੇਖੀਏ ਅਗਰ ਆਪਾਂ ਕੋਈ ਵੀ ਗਵਰਨਮੈਂਟ ਆਫ ਕੈਨੇਡਾ ਵੱਲੋਂ ਇਦਾਂ ਦੀ ਕੋਈ ਅਮਾਊਂਟ ਫਿਕਸ ਨਹੀਂ ਕੀਤੀ ਗਈ ਵੀ ਤੁਸੀਂ ਸਪਾਊਸ ਓਪਨ ਵਰਕ ਪਰਮਿਟ ਦੀ ਐਪਲੀਕੇਸ਼ਨ ਲਾਉਣੀ ਹੈ ਤਾਂ ਤੁਹਾਡੇ ਜਿਹੜੇ ਫੰਡਸ ਆ ਜੀ 5 ਲੱਖ ਦੇ 7 ਲੱਖ ਦੇ 10 ਲੱਖ ਦੇ ਹੋਣੇ ਚਾਹੀਦੇ ਆ। ਸੋ ਇਦਾਂ ਦੀ ਕੋਈ ਕੰਡੀਸ਼ਨ ਨਹੀਂ ਹੁੰਦੀ। ਫੰਡਸ ਕਿੰਨੇ ਚਾਹੀਦੇ ਆ ਇਸ ਤੋਂ ਪਹਿਲਾਂ ਇਸ ਨੂੰ ਸਮਝਣ ਦੇ ਲਈ ਉਸ ਤੋਂ ਪਹਿਲਾਂ ਆਪਾਂ ਨੂੰ ਚਾਹੀਦਾ ਕਿ ਫੰਡ ਚਾਹੀਦੇ ਕਿਉਂ ਨੇ ਇਹ ਸਮਝੀਏ। ਸੋ ਕਿਉਂਕਿ ਤੁਸੀਂ ਇੱਕ ਓਪਨ ਵਰਕ ਪਰਮਿਟ ਦੀ ਐਪਲੀਕੇਸ਼ਨ ਤੇ ਚੱਲੇ ਹੋ। ਓਪਨ ਵਰਕ ਪਰਮਿਟ ਜਿਹੜਾ ਬੰਦਾ ਆਲਰੇਡੀ ਪੈਸਾ ਕਮਾਉਣ ਜਾ ਰਿਹਾ ਗਵਰਨਮੈਂਟ ਪਹਿਲਾਂ ਉਹਦੇ ਅਕਾਊਂਟ ਦੇ ਵਿੱਚ ਪੈਸਾ ਕਿਉਂ ਦੇਖਣਾ ਚਾਹੁੰਦੀ ਹੈ। ਇਸ ਚੀਜ਼ ਦੇ ਵਿੱਚ ਕੋਈ ਸੈਂਸ ਨਹੀਂ ਬਣਦੀ। ਬਹੁਤ ਸਾਰੇ ਐਪਲੀਕੈਂਟ ਇਹ ਵੀ ਕੁਐਸਚਨ ਪੁੱਛਦੇ ਨੇ ਕਿ ਅਸੀਂ ਤਾਂ ਜਾਣਾ ਹੀ ਕੰਮ ਕਰਨਾ ਫਿਰ ਅਸੀਂ ਪੈਸਾ ਕਿਉਂ ਸ਼ੋਅ ਕਰੀਏ। ਜਿਹੜਾ ਪੈਸਾ ਜਾਂ ਇਨਕਮ ਗਵਰਨਮੈਂਟ ਚੈੱਕ ਕਰਦੀ ਆ ਉਹ ਤੁਹਾਡਾ ਇਦਾਂ ਨਹੀਂ ਚੈੱਕ ਕਰਦੀ ਵੀ ਤੁਸੀਂ ਟਿਕਟ ਲਓਗੇ ਇੱਥੇ ਰਹੋਗੇ ਤੁਹਾਨੂੰ ਪੈਸਾ ਸ਼ੋਅ ਕਰੋ। ਉਹ ਚੈੱਕ ਕਰਦੀ ਆ ਤੁਹਾਡੀ ਹੋਮ ਕੰਟਰੀ ਨਾਲ ਟਾਈਸ। ਦੋ ਮੇਨ ਰੀਜ਼ਨ ਜਿਹੜੇ ਸਪਾਊਸ ਓਪਨ ਵਰਕ ਪਰਮਿਟ ਦੀ ਐਪਲੀਕੇਸ਼ਨ ਦੇ ਵਿੱਚ ਦੇਖੇ ਜਾਂਦੇ ਆ। ਪਹਿਲਾ ਹੁੰਦਾ ਪ੍ਰੂਫ ਆਫ ਰਿਲੇਸ਼ਨਸ਼ਿਪ। ਮੁੰਡੇ ਤੇ ਕੁੜੀ ਦਾ ਜਿਹੜਾ ਰਿਲੇਸ਼ਨਸ਼ਿਪ ਉਹ ਜੈਨੂਅਨ ਆ। ਦੋਵਾਂ ਨੇ ਇੱਕ ਦੂਜੇ ਨਾਲ ਵਿਆਹ ਕੈਨੇਡਾ ਜਾਣ ਦੇ ਲਈ ਤਾਂ ਨਹੀਂ ਕਰਵਾਇਆ। ਇਸ ਵਿਆਹ ਦੇ ਵਿੱਚ ਕੋਈ ਇਮੀਗ੍ਰੇਸ਼ਨ ਦਾ ਜਾਂ ਕੈਨੇਡਾ ਜਾਣ ਦਾ ਕੋਈ ਰੀਜ਼ਨ ਤਾਂ ਨਹੀਂ ਹੈਗਾ। ਇੱਕ ਜੈਨੂਅਨ ਰਿਲੇਸ਼ਨਸ਼ਿਪ ਆ। ਪਹਿਲਾ ਜਿਹੜਾ ਫੋਕਸ 50% ਇਸ ਚੀਜ਼ ਦੇ ਵਿੱਚ ਹੁੰਦਾ। 50% ਫੋਕਸ ਹੁੰਦਾ ਕੋਈ ਵੀ ਐਪਲੀਕੈਂਟ ਸਾਡੀ ਕੰਟਰੀ ਦੇ ਵਿੱਚ ਐਜ਼ ਅ ਓਪਨ ਵਰਕ ਪਰਮਿਟ ਤੇ ਆ ਰਿਹਾ ਕਿ ਉਹ ਕੈਂਡੀਡੇਟ ਜਾਂ ਉਹ ਐਪਲੀਕੈਂਟ ਇਸ ਤੋਂ ਪਹਿਲਾਂ ਆਪਣੀ ਹੋਮ ਕੰਟਰੀ 'ਚ ਕੋਈ ਕੰਮ ਕਰ ਰਿਹਾ। ਆਪਣੀ ਹੋਮ ਕੰਟਰੀ 'ਚ ਉਹਦਾ ਜਿਹੜਾ ਫਾਈਨੈਂਸ਼ੀਅਲ ਸਟੇਟਸ ਕਿੱਦਾਂ ਦਾ। ਅਗਰ ਐਪਲੀਕੈਂਟ ਹੁਣ 30 ਸਾਲ ਦਾ ਹੋ ਗਿਆ 30 ਸਾਲ ਤੱਕ ਉਸਨੇ ਆਪਣੀ ਕੰਟਰੀ ਦੇ ਵਿੱਚ ਕੁਝ ਨਹੀਂ ਕੀਤਾ ਤਾਂ ਸਾਡੇ ਆ ਕੇ ਇਹਨੇ ਕੀ ਕਰਨਾ। ਸੋ ਜਿਹੜੇ ਫੰਡ ਜਾਂ ਜਿਹੜੀ ਇਨਕਮ ਦੇਖੀ ਜਾਂਦੀ ਹੈ ਉਹ ਤੁਹਾਡੀ ਹੋਮ ਕੰਟਰੀ ਨਾਲ ਤੁਹਾਡੇ ਟਾਈਸ ਕਿੰਨੇ ਕੁ ਸਟਰੋਂਗ ਨੇ ਇਸ ਦੇ ਲਈ ਦੇਖੀ ਜਾਂਦੀ ਹੈ। ਸੋ ਟਾਈਸ ਕਿੱਥੋਂ ਪਤਾ ਲੱਗਦੇ ਆ ਕੀ ਤੁਸੀਂ ਕੰਮ ਕਰਦੇ ਹੋ, ਤੁਹਾਡੀ ਇਨਕਮ ਦਾ ਸੋਰਸ ਕੀ ਹੈ ਐਂਡ ਤੁਹਾਡੀ ਜਿਹੜੀ ਬੈਂਕਿੰਗ ਆ ਉਹ ਕਿੱਦਾਂ ਦਾ ਤੁਹਾਡਾ ਫਾਈਨੈਂਸ਼ੀਅਲ ਸਟੇਟਸ ਹੈ। ਸੋ ਫੰਡਸ ਦੇ ਨਾਲੋਂ ਜਿਹੜੀ ਜ਼ਰੂਰੀ ਹੁੰਦੀ ਆ ਉਹ ਟ੍ਰਾਂਜੈਕਸ਼ਨ ਹੁੰਦੀ ਹੈ। ਕਿੱਦਾਂ ਦਾ ਲੈਣ ਦੇਣ ਤੁਸੀਂ ਕਰਦੇ ਹੋ ਆਪਣੀ ਹੋਮ ਕੰਟਰੀ 'ਚ। ਜਿੰਨਾ ਸਟਰੋਂਗ ਤੁਹਾਡਾ ਲੈਣ ਦੇਣ ਹੈ ਉਨੇ ਤੁਹਾਡੇ ਵੀਜ਼ਾ ਚਾਂਸਿਸ ਚੰਗੇ ਹੁੰਦੇ ਆ। ਹੁਣ ਕਈ ਐਪਲੀਕੈਂਟ ਹੁੰਦੇ ਆ ਉਹਨਾਂ ਦੇ ਅਕਾਊਂਟ ਦੇ ਵਿੱਚ ਕਦਾ ਟ੍ਰਾਂਜੈਕਸ਼ਨ ਜਿਹੜੀਆਂ ਹੁੰਦੀਆਂ ਕਦੇ ਅਕਾਊਂਟ ਦੇ ਵਿੱਚ 5000 10,000 ਰਹਿ ਜਾਂਦਾ 20,000 ਰਹਿ ਜਾਂਦਾ ਕਦੇ ਇੱਕਦਮ 2 4 5 ਲੱਖ ਦੀ ਐਂਟਰੀ ਪਵਾਉਂਦੇ ਆ। ਇਹ ਵੀ ਗਲਤ ਹੈ। ਵੱਡੀਆਂ ਟ੍ਰਾਂਜੈਕਸ਼ਨ ਤੁਹਾਡੀ ਸੈਲਰੀ ਜਿਹੜੀ ਅਕਾਊਂਟ ਦੀ ਸਟੇਟਮੈਂਟ ਹੈ ਉਹਦੇ ਵਿੱਚ ਨਹੀਂ ਹੋਣੀਆਂ ਚਾਹੀਦੀਆਂ। ਜਿਹੜੀਆਂ ਟ੍ਰਾਂਜੈਕਸ਼ਨ ਆ ਉਹ ਛੋਟੀਆਂ ਕਰੋ ਐਂਡ ਜੇ ਕੋਈ ਵੱਡੀ ਟ੍ਰਾਂਜੈਕਸ਼ਨ ਤੁਸੀਂ ਕਰਦੇ ਹੋ ਤਾਂ ਉਸ ਦਾ ਜਿਹੜਾ ਸੋਰਸ ਤੁਹਾਨੂੰ ਦੇਣਾ ਪਏਗਾ ਕਿਸ ਚੀਜ਼ ਦਾ ਪੈਸਾ ਆਇਆ ਉਹ ਦਿਖਾਉਣਾ ਪੈਂਦਾ। ਕਿਉਂਕਿ ਲਾਰਜ ਡਿਪੋਜ਼ਿਟ ਜਿਹੜੇ ਹੁੰਦੇ ਆ ਉਹ ਵੀ ਇੱਕ ਨਾ ਕਿਸੇ ਤਰੀਕੇ ਕਰਕੇ ਤੁਹਾਡੀ ਫਾਈਲ ਦੇ ਵਿੱਚ ਹਾਈਲਾਈਟ ਹੁੰਦੇ ਆ। ਸੋ ਫੰਡਸ ਕਿੰਨੇ ਚਾਹੀਦੇ ਆ ਇਸ ਤੋਂ ਪਹਿਲਾਂ ਆਪਾਂ ਨੂੰ ਸਮਝਣਾ ਪਊਗਾ ਤੁਹਾਡੀ ਇਨਕਮ ਕਿੰਨੀ ਹੈ। ਕੋਈ ਵੀ ਪਰਸਨ ਕੋਲ ਉਨੇ ਕੀ ਫੰਡਸ ਹੁੰਦੇ ਆ ਜਿੰਨੀ ਕਿ ਉਸਦੀ ਸਾਲ ਦੀ ਇਨਕਮ ਹੈ। ਅਗਰ ਮਿਨੀਮਮ ਦੇਖੀਏ ਤਾਂ ਤੁਹਾਡੀ 5 ਤੋਂ 6 ਲੱਖ ਇੱਕ ਸਾਲ ਦੀ ਇਨਕਮ ਹੈ ਜੋ ਕਿ ਜ਼ਰੂਰੀ ਹੈ। ਇੰਨੀ ਕੁ ਹੋਣੀ ਚਾਹੀਦੀ ਹੈ ਐਟਲੀਸਟ $10,000 ਤੁਹਾਡੀ ਸਾਲ ਦੀ ਇਨਕਮ ਹੋਣੀ ਚਾਹੀਦੀ ਹੈ। $10,000 6 ਲੱਖ ਦੇ ਕਰੀਬ ਜਿਹੜੀ ਬਣਦੀ ਹੈ ਤਾਂ 6 ਲੱਖ ਦੇ ਹੀ ਫੰਡ ਜਾਂ 1 ਲੱਖ ਵੱਧ ਜਾਂ 1 ਲੱਖ ਘੱਟ ਯਾਨੀ 7 ਲੱਖ ਜਾਂ 5 ਲੱਖ ਵੀ ਆਪਾਂ ਕਰ ਸਕਦੇ ਹਾਂ। ਜੇ ਇਨ ਕੇਸ ਤੁਹਾਡੀ ਇਨਕਮ 6 ਲੱਖ ਹੈ ਤੁਸੀਂ ਫੰਡ 6 ਲੱਖ ਵੀ ਕਰ ਸਕਦੇ ਹੋ, ਤੁਸੀਂ 7 ਲੱਖ ਵੀ ਕਰ ਸਕਦੇ ਹੋ, ਤੁਸੀਂ 5 ਲੱਖ ਵੀ ਕਰ ਸਕਦੇ ਹੋ। ਇਨਕਮ ਦੇ ਅਕੋਰਡਿੰਗ ਹੀ ਫੰਡਸ ਤੁਹਾਡੇ ਕੋਲ ਹੋਣੇ ਚਾਹੀਦੇ ਆ। 4.5-5 ਲੱਖ ਰੁਪਏ ਮਿਨੀਮਮ ਅਗਰ ਤੁਹਾਡੇ ਕੋਲ ਹੈ ਤਾਂ ਉਹ ਵੀ ਇੱਕ ਚੰਗੀ ਮੰਨਿਆ ਜਾਂਦਾ ਸਪਾਊਸ ਓਪਨ ਵਰਕ ਪਰਮਿਟ ਦੀ ਐਪਲੀਕੇਸ਼ਨ ਦੀ। ਬਟ ਸ਼ਰਤ ਹੈ ਵੀ ਜਿਹੜਾ 4.5 ਤੋਂ 5 ਲੱਖ ਰੁਪਈਆ ਜਿਹੜਾ ਤੁਹਾਡੇ ਅਕਾਊਂਟ 'ਚ ਆਇਆ ਉਹ ਕੋਈ ਲਾਰਜ ਡਿਪੋਜ਼ਿਟ ਦੇ ਰੂਪ ਦੇ ਵਿੱਚ ਨਾ ਆਇਆ ਹੋਵੇ ਵੀ ਤੁਹਾਡੀ ਪਿਛਲੀ 3 ਮਹੀਨਿਆਂ ਦੀ ਤੁਸੀਂ ਸਟੇਟਮੈਂਟ ਕਢਾਓ ਉਹਦੇ ਵਿੱਚ ਇੱਕ ਵਕਤ ਤੁਹਾਡੇ ਅਕਾਊਂਟ ਦੇ ਵਿੱਚ 5-10 ਹਜ਼ਾਰ ਰੁਪਈਆ 20,000 ਰੁਪਈਆ ਰਹਿੰਦਾ ਉਸ ਤੋਂ ਬਾਅਦ ਇੱਕਦਮ ਤੁਸੀਂ 1 ਲੱਖ ਕਰਾਇਆ 2 ਲੱਖ ਕਰਾਇਆ ਫਿਰ 2 ਲੱਖ ਕਰਾਇਆ ਇਦਾਂ ਕਰਕੇ 5 ਲੱਖ ਰੁਪਈਆ ਤੁਸੀਂ ਅਕਾਊਂਟ ਦੇ ਵਿੱਚ ਕਰਤਾ। ਅਗਰ ਇਦਾਂ ਦੀ ਤੁਹਾਡੀ ਸਟੇਟਮੈਂਟ ਹੈ ਤਾਂ ਉਹ ਤੁਹਾਨੂੰ ਰਿਫਿਊਜ਼ਲ ਦੇ ਵੱਲ ਹੀ ਲੈ ਕੇ ਜਾਊਗੀ।
ਤੁਹਾਡੀ ਜਿਹੜੀ ਅਕਾਊਂਟ ਦੀ ਜਿਹੜੀ ਸਟੇਟਮੈਂਟ ਹੈ ਉਹ ਮੇਨਟੇਨ ਹੋਣੀ ਚਾਹੀਦੀ ਹੈ, ਟ੍ਰਾਂਜੈਕਸ਼ਨ ਲੈਣ ਦੇਣ ਚੰਗਾ ਹੋਣਾ ਚਾਹੀਦਾ ਐਂਡ ਕੋਈ ਜ਼ਿਆਦਾ ਵੱਡਾ ਟ੍ਰਾਂਜੈਕਸ਼ਨ ਨਹੀਂ ਹੋਣੀ ਚਾਹੀਦੀ। ਜ਼ਿਆਦਾ ਵੱਡੀ ਟ੍ਰਾਂਜੈਕਸ਼ਨ ਹੁੰਦੀ ਹੈ ਤਾਂ ਉਸ ਦਾ ਜਿਹੜਾ ਸੋਰਸ ਤੁਹਾਡੇ ਕੋਲ ਹੋਣਾ ਚਾਹੀਦਾ, ਲਾਈਕ ਜੇ ਫਾਰਮ ਵਗੈਰਾ ਤੁਹਾਡੇ ਕੋਲ ਹੋਣੇ ਚਾਹੀਦੇ ਹੈ। ਜੇ ਫਾਰਮ ਵਗੈਰਾ ਦੇ ਜਿਹੜੇ ਪੈਸੇ ਦੀ ਤੁਸੀਂ ਵੱਡੀ ਜਿਹੜੀ ਟ੍ਰਾਂਜੈਕਸ਼ਨ ਹੈ ਜਾਂ ਲਾਰਜ ਡਿਪੋਜ਼ਿਟ ਕਰ ਸਕਦੇ ਹੋ ਤੇ ਉਸ ਦਾ ਪ੍ਰੂਫ ਤੁਸੀਂ ਜੇ ਫਾਰਮ ਆਪਣੀ ਐਪਲੀਕੇਸ਼ਨ ਦੇ ਨਾਲ ਲਗਾ ਸਕਦੇ ਹੋ। ਸੋ ਇਹ ਬਹੁਤ ਜ਼ਰੂਰੀ ਹੁੰਦੀ ਹੈ। ਫੰਡ ਦੇ ਲਈ ਤੁਹਾਨੂੰ ਸਮਝਣਾ ਪਏਗਾ ਫੰਡ ਚਾਹੀਦਾ ਕਿਉਂ ਆ ਐਂਡ ਕਿੰਨਾ ਕੁ ਚਾਹੀਦਾ। ਇਸ ਦੇ ਲਈ ਮੈਂ ਤੁਹਾਨੂੰ ਦੱਸਿਆ ਵੀ ਤੁਹਾਡੀ ਹੋਮ ਕੰਟਰੀ ਨਾਲ ਤੁਹਾਡੇ ਟਾਈਸ ਐਂਡ ਤੁਹਾਡੀ ਇਨਕਮ, ਇਹ ਦੋਨੋਂ ਚੀਜ਼ਾਂ ਮੈਟਰ ਕਰਦੀਆਂ। ਸੋ ਨੈਕਸਟ ਟਾਈਮ ਜਦੋਂ ਵੀ ਆਪਣੀ ਸਪਾਊਸ ਓਪਨ ਵਰਕ ਪਰਮਿਟ ਦੀ ਐਪਲੀਕੇਸ਼ਨ ਪ੍ਰਪੇਅਰ ਕਰੋਗੇ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਧੰਨਵਾਦ।